ਅੱਜ ਆਓ ਅਸੀਂ ਪਰਮੇਸ਼ਰ ਸਭ ਕੁਝ ਕਰ ਸਕਦੇ ਹਨ ਇਸ ਉਪਦੇਸ਼ ਲੇਖ ਨਾਲ ਪਰਮੇਸ਼ਰ ਦੇ ਵਚਨ ਦਾ ਅਧਿਐਨ ਕਰਨ ਦਾ ਕੁਝ ਸਮਾਂ ਲਈਏ। ਜਿਵੇਂ ਕਿ ਉਪਦੇਸ਼ ਲੇਖ ਤੋਂ ਪਤਾ ਚੱਲਦਾ ਹੈ ਕਿ ਇਹ ਸੱਚ ਨਹੀਂ ਹੈ ਕਿ ਪਰਮੇਸ਼ਰ ਸਭ ਕੁਝ ਕਰ ਸਕਦੇ ਹਨ। ਪਰਮੇਸ਼ਰ ਕੋਲ ਜੋ ਕੁਝ ਵੀ ਉਹ ਚਾਹੁੰਦੇ ਹਨ ਉਸ ਨੂੰ ਪੂਰਾ ਕਰਨ ਦੀ ਸ਼ਕਤੀ ਅਤੇ ਅਧਿਕਾਰ ਹੈ। ਉਹ ਜਦੋਂ ਚਾਹੇ ਜਿੰਨਾ ਚਾਹੇ ਹਰ ਚੀਜ਼ ਨੂੰ ਪੂਰਾ ਕਰ ਸਕਦੇ ਹਨ। ਪਰ ਹਾਲਾਂਕਿ ਪਰਮੇਸ਼ਰ ਸਭ ਕੁਝ ਕਰ ਸਕਦੇ ਹਨ, ਫਿਰ ਵੀ ਉਹ ਖੁਸ਼ਖਬਰੀ ਨੂੰ ਪੂਰਾ ਕਰਨ ਲਈ ਇੰਨਾ ਸਮਾਂ ਕਿਉਂ ਲਗਾਉਂਦੇ ਹਨ? ਅਸੀਂ ਚਾਹੁੰਦੇ ਹਾਂ ਕਿ ਖੁਸ਼ਖਬਰੀ ਤੇਜ਼ੀ ਨਾਲ, ਬਹੁਤਾਤ ਵਿੱਚ ਅਤੇ ਸ਼ਕਤੀਸ਼ਾਲੀ ਰੂਪ ਨਾਲ ਕੀਤੀ ਜਾਵੇ। ਪਰ ਭਾਵੇਂ ਪਰਮੇਸ਼ਰ ਸਭ ਕੁਝ ਕਰ ਸਕਦੇ ਹਨ, ਫਿਰ ਵੀ ਕਦੀ-ਕਦੀ ਉਹ ਦੇਰੀ ਕਰਦੇ ਹਨ। ਭਾਵੇਂ ਉਹ ਬਹੁਤਾਤ ਨਾਲ ਦੇ ਸਕਦੇ ਹਨ, ਪਰ ਕਦੀ-ਕਦੀ ਉਹ ਸਿਰਫ ਥੋੜਾ ਹੀ ਦਿੰਦੇ ਹਨ। ਜਿਵੇਂ ਕਿ ਵਿਵਸਥਾ ਸਾਰ ਅਧਿਆਇ 8 ਵਿੱਚ ਲਿਖਿਆ ਹੈ, ਉਸਨੇ ਤੁਹਾਨੂੰ ਨਿਮਰ ਬਣਾਇਆ ਅਤੇ ਭੁੱਖੇ ਵੀ ਰਹਿਣ ਦਿੱਤਾ। ਪਰਮੇਸ਼ਰ ਸਾਡੇ ਆਲੇ ਦੁਆਲੇ ਦੀ ਗਤੀ ਅਤੇ ਪਰਿਸਥਿਤੀਆਂ ਨੂੰ ਕਾਬੂ ਕਰ ਰਹੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਅਸੀਂ ਪਰਮੇਸ਼ਰ ਦੇ ਪਵਿੱਤਰ ਪਿਆਰ ਅਤੇ ਉਹਨਾਂ ਦੇ ਕੰਮ ਵਿੱਚ ਲੁਕੇ ਪਰਮੇਸ਼ਰ ਦੇ ਡੂੰਘੇ ਪ੍ਰਬੰਧ ਨੂੰ ਨਾ ਭੁੱਲੀਏ। ਇਸ ਨੂੰ ਮਹਿਸੂਸ ਕਰਨ ਦੁਆਰਾ ਆਓ ਅਸੀਂ ਇਸ ਆਸ਼ੀਸ਼ਿਤ ਸਬਤ ਦੇ ਦਿਨ ਪਰਮੇਸ਼ਰ ਨੂੰ ਹੋਰ ਜ਼ਿਆਦਾ ਧੰਨਵਾਦ, ਵਡਿਆਈ ਅਤੇ ਮਹਿਮਾ ਚੜਾਈਏ। ਪੂਰੀ ਬਾਈਬਲ ਵਿੱਚ ਅਸੀਂ ਨਬੀਆਂ ਦੀਆਂ ਅਣਗਿਣਤ ਗਵਾਹੀਆਂ ਲੱਭ ਸਕਦੇ ਹਾਂ, ਜਿਨ੍ਹਾਂ ਨੇ ਘੋਸ਼ਣਾ ਕੀਤੀ ਕਿ ਪਰਮੇਸ਼ਰ ਲਈ ਕੁਝ ਵੀ ਅਸੰਭਵ ਨਹੀਂ ਹੈ। ਸਾਡੇ ਵਿਚਾਰ ਹਮੇਸ਼ਾ ਇਸ ਦੁਨੀਆ ਨੂੰ ਕਾਬੂ ਕਰਨ ਵਾਲੀਆਂ ਸਰੀਰਕ ਸੀਮਾਵਾਂ ਦੁਆਰਾ ਬੰਨੇ ਅਤੇ ਸੀਮਤ ਹੁੰਦੇ ਹਨ। ਭਾਵੇਂ ਅਸੀਂ ਇਸ ਦੁਨੀਆ ਤੋਂ ਪਰੇ ਪਰਮੇਸ਼ਰ ਦੀ ਸਰਵਸ਼ਕਤੀਮਾਨ ਸ਼ਕਤੀ ਅਤੇ ਯੋਗਤਾ ਉੱਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਾਂ, ਅਸੀਂ ਅਕਸਰ ਇਸ ਬਾਰੇ ਭੁੱਲ ਜਾਂਦੇ ਹਾਂ। ਇਸ ਲਈ ਅੱਜ ਆਓ ਅਸੀਂ ਇੱਕ ਵਾਰ ਫਿਰ ਬਾਈਬਲ ਦੀਆਂ ਸਿੱਖਿਆਵਾਂ ਨੂੰ ਆਪਣੇ ਦਿਲਾਂ ਉੱਤੇ ਉਕਾਰੀ ਕਰੀਏ ਅਤੇ ਸੋਚੀਏ, ਪਰਮੇਸ਼ਰ ਜਿਨ੍ਹਾਂ ਨੇ ਸਾਨੂੰ ਇੱਕ ਮਿਸ਼ਨ ਦਿੱਤਾ ਹੈ, ਸਾਨੂੰ ਕਿਵੇਂ ਦੇਖਦੇ ਹਨ। ਆਓ ਅਯੂਬ ਅਧਿਆਇ 42 ਵਿੱਚ ਦੇਖੀਏ ਕਿ ਪਰਮੇਸ਼ਰ ਅਸਲ ਵਿੱਚ ਕਿੰਨੇ ਸ਼ਕਤੀਸ਼ਾਲੀ ਹਨ। ਆਓ ਅਯੂਬ ਅਧਿਆਇ 42 ਵਚਨ 1 ਵਿੱਚ ਪਰਮੇਸ਼ਰ ਦੇ ਵਚਨ ਉੱਤੇ ਇੱਕ ਨਜ਼ਰ ਪਾਈਏ। ਅਯੂਬ ਦੀ ਕਿਤਾਬ ਅਧਿਆਇ 42 ਵਚਨ 1। ਫਿਰ ਅਯੂਬ ਨੇ ਯਹੋਵਾ ਨੂੰ ਉੱਤਰ ਦੇ ਕੇ ਆਖਿਆ, ਮੈਂ ਜਾਣਦਾ ਹਾਂ ਭਾਈ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪ੍ਰਯੋਜਨ ਰੁਕ ਨਹੀਂ ਸਕਦਾ ਹੈ। ਇੱਥੇ ਅਯੂਬ ਦੀ ਪੋਥੀ ਵਿੱਚ ਇਹ ਦਰਜ ਕੀਤਾ ਗਿਆ ਹੈ ਕਿ ਪਰਮੇਸ਼ਰ ਦਾ ਕੋਈ ਪ੍ਰਯੋਜਨ ਰੁਕ ਨਹੀਂ ਸਕਦਾ ਹੈ। ਇਹ ਸਾਡੇ ਪਰਮੇਸ਼ਰ ਦੀ ਸ਼ਕਤੀ ਦਿਖਾਉਂਦਾ ਹੈ। ਭਾਵੇਂ ਕੋਈ ਚੀਜ਼ ਅਸੰਭਵ ਲੱਗਦੀ ਹੈ, ਪਰ ਪਰਮੇਸ਼ਰ ਨਿਸ਼ਚਿਤ ਤੌਰ ਤੇ ਇਸ ਨੂੰ ਇਸ ਤਰ੍ਹਾਂ ਕਰਦੇ ਹਨ ਜਿਵੇਂ ਕਿ ਇਹ ਕੁਝ ਵੀ ਨਹੀਂ ਸੀ। ਜਦੋਂ ਪਰਮੇਸ਼ਰ ਨੇ ਗਿਦੌਨ ਦੇ 300 ਯੋਧਿਆਂ ਨਾਲ 1,35,000 ਦੁਸ਼ਮਣ ਸਿਪਾਹੀਆਂ ਨੂੰ ਹਰਾਇਆ, ਤਦ ਉਹਨਾਂ ਨੇ ਇਸ ਨੂੰ ਬਹੁਤ ਆਸਾਨੀ ਨਾਲ ਕੀਤਾ। ਜਦੋਂ ਪਰਮੇਸ਼ਰ ਨੇ ਲਾਲ ਸਮੁੰਦਰ ਨੂੰ ਵੰਡਿਆ, ਤਦ ਉਹਨਾਂ ਨੇ ਇਸ ਨੂੰ ਇੱਕ ਲਾਠੀ ਨਾਲ ਕੀਤਾ, ਜਿਵੇਂ ਕਿ ਉਹ ਕੋਈ ਚੁਣੌਤੀ ਹੀ ਨਾ ਹੋਵੇ। ਇਸਰਾਈਲੀਆਂ ਦੀ ਗਿਣਤੀ ਬਾਰੇ ਸੋਚੋ। ਉਹਨਾਂ ਦੀ ਆਬਾਦੀ 30 ਲੱਖ ਤੋਂ ਜ਼ਿਆਦਾ ਸੀ, ਜਿਸ ਵਿੱਚ ਸਿਪਾਹੀ ਉਮਰ ਦੇ ਆਦਮੀ ਅਤੇ ਉਹਨਾਂ ਦੇ ਪਰਿਵਾਰ ਸ਼ਾਮਲ ਸੀ। ਪਰਮੇਸ਼ਰ ਨੇ ਉਹਨਾਂ ਨੂੰ 40 ਸਾਲਾਂ ਤੱਕ ਬਿਨਾਂ ਕੋਈ ਫਸਲ ਉਗਾਏ ਭੋਜਨ ਪ੍ਰਦਾਨ ਕੀਤਾ। ਜਦੋਂ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਦੀ ਧਿਆਨ ਨਾਲ ਜਾਂਚ ਕਰਦੇ ਹਾਂ, ਤਦ ਕੀ ਇਹ ਹੈਰਾਨੀਜਨਕ ਨਹੀਂ ਹੈ? ਵਿਚਾਰ ਕਰੋ ਕਿ ਇੱਕ ਵਿਅਕਤੀ ਕਿੰਨੀ ਆਸਾਨੀ ਨਾਲ ਸਵੇਰੇ ਉੱਠਦਾ ਹੈ, ਖਾਂਦਾ ਹੈ, ਘੁੰਮਦਾ ਹੈ ਅਤੇ ਫਿਰ ਚਰਚ ਆਉਂਦਾ ਹੈ। ਪਰਮੇਸ਼ਰ ਨੇ ਸਾਡੇ ਸਰੀਰ ਨੂੰ ਇਨ੍ਹਾਂ ਸਾਰੀਆਂ ਜਟਿਲ ਕੰਮਾਂ ਨੂੰ ਕਰਨ ਲਈ ਬਣਾਇਆ ਹੈ। ਸਾਡੇ ਪਰਮੇਸ਼ਰ ਸੱਚਮੁੱਚ ਅਦਭੁਤ ਅਤੇ ਸ਼ਾਨਦਾਰ ਹਨ। ਅਯੂਬ ਦੇ ਮਾਮਲੇ ਵਿੱਚ ਸ਼ੁਰੂਆਤ ਵਿੱਚ ਉਸਨੇ ਸਿਰਫ ਉਹਨਾਂ ਪਰੇਸ਼ਾਨੀਆਂ ਅਤੇ ਮੁਸ਼ਕਲਾਂ ਬਾਰੇ ਸੋਚਿਆ ਜੋ ਉਸ ਨੂੰ ਦੁਖੀ ਕਰ ਰਹੀਆਂ ਸੀ, ਪਰ ਬਾਅਦ ਵਿੱਚ ਉਸ ਨੂੰ ਸਮਝ ਆਇਆ ਅਤੇ ਉਸਨੇ ਪਰਮੇਸ਼ਰ ਦੀਆਂ ਸਿੱਖਿਆਵਾਂ ਨੂੰ ਮਹਿਸੂਸ ਕੀਤਾ। ਜਦੋਂ ਤੱਕ ਉਸ ਨੂੰ ਪਰਮੇਸ਼ਰ ਦੀ ਮਹਾਨਤਾ ਦਾ ਅਹਿਸਾਸ ਨਹੀਂ ਹੋਇਆ, ਉਦੋਂ ਤੱਕ ਉਸ ਦੀ ਜ਼ਮੀਰ ਵਾਪਸ ਨਹੀਂ ਆਈ। ਇਸ ਤੋਂ ਪਹਿਲਾਂ ਕਿਉਂਕਿ ਉਹ ਭੌਤਿਕ ਦੁਨੀਆ ਵਿੱਚ ਸੀਮਤ ਸੀ, ਉਸਨੇ ਸਿਰਫ ਆਪਣੀ ਸਥਿਤੀ ਬਾਰੇ ਸੋਚਿਆ, ਜਿੱਥੇ ਉਹ ਦੁੱਖ ਅਤੇ ਪੀੜਾ ਵਿੱਚ ਸੀ, ਅਤੇ ਆਪਣੇ ਵਿਸ਼ਵਾਸ ਨੂੰ ਇੱਕ ਅਣਉਚਿਤ ਢੰਗ ਨਾਲ ਪ੍ਰਗਟ ਕੀਤਾ। ਪਰ ਬਾਅਦ ਵਿੱਚ ਉਸਨੇ ਪਰਮੇਸ਼ਰ ਦੀ ਡੂੰਘੀ ਇੱਛਾ ਨੂੰ ਮਹਿਸੂਸ ਕੀਤਾ। ਅਯੂਬ ਅਧਿਆਇ 42। ਮੈਂ ਜਾਣਦਾ ਹਾਂ ਭਾਈ ਤੂੰ ਸਭ ਕੁਝ ਕਰ ਸਕਦਾ ਹੈ ਅਤੇ ਤੇਰਾ ਕੋਈ ਪ੍ਰਯੋਜਨ ਰੁਕ ਨਹੀਂ ਸਕਦਾ ਹੈ। ਇਹ ਕੌਣ ਹੈ ਜਿਹੜਾ ਅਗਿਆਨਤਾ ਨਾਲ ਸਲਾਹ ਨੂੰ ਢੱਕਦਾ ਹੈ?
ਇਸ ਲਈ ਮੈਂ ਉਹ ਬਕਿਆ ਜਿਹਨੂੰ ਮੈਂ ਨਾ ਸਮਝਿਆ। ਇਹ ਮੇਰੇ ਲਈ ਅਚਰਜ ਗੱਲਾਂ ਸਨ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸਾਂ। ਜ਼ਰਾ ਸੁਣ ਤੇ ਮੈਂ ਬੋਲਾਂਗਾ। ਮੈਂ ਤੇਥੋਂ ਸਵਾਲ ਕਰਦਾ ਹਾਂ ਅਤੇ ਤੂੰ ਮੈਨੂੰ ਸਮਝਾ। ਮੈਂ ਤੇਰੇ ਵਿਖੇ ਸੁਣੀਆਂ ਸੁਣਾਈਆਂ ਗੱਲਾਂ ਸੁਣੀਆਂ, ਪਰ ਹੁਣ ਮੇਰੀ ਅੱਖ ਤੈਨੂੰ ਵੇਖਦੀ ਹੈ। ਇਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ ਅਤੇ ਮੈਂ ਖਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ। ਅਯੂਬ ਅਧਿਆਇ 42 ਦੇ ਵਚਨਾਂ ਦੁਆਰਾ ਸਾਨੂੰ ਵੀ ਹਮੇਸ਼ਾ ਪਰਮੇਸ਼ਵਰ ਦੀ ਮਹਾਨਤਾ ਨੂੰ ਯਾਦ ਰੱਖਣਾ ਚਾਹੀਦਾ ਹੈ। ਮਨੁੱਖ ਜਾਤੀ ਤੀਸਰੀ ਅਯਾਮੀ ਦੁਨੀਆ ਵਿੱਚ ਜੀ ਰਹੀ ਹੈ। ਪਰਮੇਸ਼ਰ ਨੇ ਕੁਝ ਭੌਤਿਕ ਅਤੇ ਮਸ਼ੀਨੀ ਸ਼ਕਤੀਆਂ ਦੁਆਰਾ ਇਸ ਦੁਨੀਆ ਨੂੰ ਚਲਾਉਣ ਦੀ ਵਿਵਸਥਾ ਬਣਾਈ। ਮੰਨ ਲਓ ਕਿ ਕੋਈ ਅਜਿਹਾ ਵਿਅਕਤੀ ਹੈ ਜੋ ਧਰਤੀ ਉੱਤੇ 10 ਕਿਲੋ ਭਾਰ ਚੁੱਕਣ ਦੀ ਤਾਕਤ ਰੱਖਦਾ ਹੈ। ਚੰਦਰਮਾ ਉੱਤੇ ਗੁਰੂਤਵਾਕਰਸ਼ਣ ਧਰਤੀ ਉੱਤੇ ਗੁਰੂਤਵਾਕਰਸ਼ਣ ਦਾ ਸਿਰਫ 6ਵਾਂ ਹਿੱਸਾ ਹੈ। ਇਸ ਦਾ ਮਤਲਬ ਹੈ ਕਿ ਇੱਕ ਵਿਅਕਤੀ ਜੋ ਧਰਤੀ ਤੇ ਸਿਰਫ 10 ਕਿਲੋ ਭਾਰ ਚੁੱਕ ਸਕਦਾ ਹੈ, ਉਹ ਚੰਦਰਮਾ ਤੇ ਆਸਾਨੀ ਨਾਲ 60 ਕਿਲੋ ਭਾਰ ਚੁੱਕ ਸਕਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਅਸੀਂ ਕਿਸ ਤਰ੍ਹਾਂ ਦੀ ਜਗ੍ਹਾ ਤੇ ਰਹਿ ਰਹੇ ਹਾਂ, ਸਾਨੂੰ ਇਸ ਬਾਰੇ ਧਿਆਨ ਨਾਲ ਸੋਚਣ ਦੀ ਲੋੜ ਹੈ। ਜੇਕਰ ਅਸੀਂ ਚੰਦਰਮਾ ਵਰਗੇ ਵਾਤਾਵਰਣ ਵਿੱਚ ਰਹਿੰਦੇ ਹਾਂ ਜਿਸ ਵਿੱਚ ਧਰਤੀ ਤੇ ਗੁਰੂਤਵਾਕਰਸ਼ਣ ਦਾ 6ਵਾਂ ਹਿੱਸਾ ਹੈ, ਤਦ ਅਸੀਂ ਬਿਨਾਂ ਕਿਸੇ ਮੁਸ਼ਕਲ ਦੇ 60 ਕਿਲੋ ਭਾਰ ਚੁੱਕ ਸਕਦੇ ਹਾਂ। ਪਰ ਜੇਕਰ ਤੁਸੀਂ ਧਰਤੀ ਉੱਤੇ ਰਹਿੰਦੇ ਹੋ ਅਤੇ ਤੁਹਾਨੂੰ 60 ਕਿਲੋ ਭਾਰ ਚੁੱਕਣ ਲਈ ਕਿਹਾ ਜਾਂਦਾ ਹੈ, ਤਦ ਇਹ ਜ਼ਿਆਦਾਤਰ ਔਰਤਾਂ ਲਈ ਇਹ ਮੁਸ਼ਕਲ ਹੋਵੇਗਾ। ਪਰ ਜੇਕਰ ਤੁਸੀਂ ਚੰਦਰਮਾ ਉੱਤੇ ਜਾਂਦੇ ਹੋ ਤਦ ਤੁਸੀਂ ਇਸ ਨੂੰ ਬਹੁਤ ਆਸਾਨੀ ਨਾਲ ਚੁੱਕ ਸਕਦੇ ਹੋ। ਅਸੀਂ ਜਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਰਹਿੰਦੇ ਹਾਂ, ਉਸ ਵਿੱਚ ਅਸੀਂ ਜੋ ਅਨੁਭਵ ਹਾਸਲ ਕੀਤੇ ਹਨ, ਉਸ ਦੇ ਆਧਾਰ ਤੇ ਅਸੀਂ ਉਸ ਵਾਤਾਵਰਣ ਵਿੱਚ ਰਹਿਣ ਦੇ ਆਦੀ ਹੋ ਜਾਂਦੇ ਹਾਂ। ਇਸ ਲਈ ਕਦੀ-ਕਦੀ ਸਾਡੇ ਵਿਚਾਰ, ਸਾਡਾ ਵਿਸ਼ਵਾਸ ਅਤੇ ਸਾਡੇ ਜੀਵਨ ਦੀ ਹਰ ਚੀਜ਼ ਉਸ ਵਾਤਾਵਰਣ ਵਿੱਚ ਫਸ ਜਾਂਦੀ ਹੈ। ਪਰਮੇਸ਼ਰ ਉਹ ਹਨ ਜੋ ਇਸ ਦੁਨੀਆ ਅਤੇ ਸਾਡੇ ਵਾਤਾਵਰਣ ਤੋਂ ਪਰੇ ਹਨ ਅਤੇ ਸਾਡੀ ਕਲਪਨਾ ਵਿੱਚ ਕਿਸੇ ਵੀ ਚੀਜ਼ ਤੋਂ ਉੱਤਮ ਹਨ। ਇਸ ਲਈ ਅਯੂਬ ਨੇ ਇੱਕ ਵਾਰ ਫਿਰ ਪਰਮੇਸ਼ਰ ਬਾਰੇ ਸੋਚਣਾ ਸ਼ੁਰੂ ਕੀਤਾ ਅਤੇ ਕਿਹਾ, ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਪਰਮੇਸ਼ਰ ਪੂਰਾ ਨਹੀਂ ਕਰ ਸਕਦੇ ਅਤੇ ਪਰਮੇਸ਼ਵਰ ਦੀਆਂ ਯੋਜਨਾਵਾਂ ਵਿੱਚੋਂ ਕੋਈ ਰੁਕ ਨਹੀਂ ਸਕਦੀ। ਜਦੋਂ ਵੀ ਕੋਈ ਵਿਅਕਤੀ ਆਪਣੀ ਬੁੱਧੀ, ਆਪਣੀ ਤਾਕਤ ਅਤੇ ਆਪਣੀ ਯੋਗਤਾ ਨਾਲ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਦ ਉਹ ਕਦੇ ਵਧੀਆ ਨਹੀਂ ਹੁੰਦਾ। ਇਸ ਲਈ ਕਿ ਸਾਨੂੰ ਸਾਰਿਆਂ ਨੂੰ ਉਹ ਨਹੀਂ ਹੋਣਾ ਚਾਹੀਦਾ ਜੋ ਹਰ ਚੀਜ਼ ਲਈ ਪਰਮੇਸ਼ਵਰ ਉੱਤੇ ਨਿਰਭਰ ਹੁੰਦੇ ਹਨ ਅਤੇ ਹਮੇਸ਼ਾ ਉਹਨਾਂ ਦੀ ਅਗਵਾਈ ਦੀ ਪਾਲਣਾ ਕਰਦੇ ਹਨ। ਜਦੋਂ ਸਾਡੇ ਕੋਲ ਪਰਮੇਸ਼ਵਰ ਦੀ ਸਹੀ ਸਮਝ ਹੁੰਦੀ ਹੈ, ਤਦ ਅਸੀਂ ਆਪਣੇ ਆਪ ਨੂੰ ਛੱਡ ਸਕਦੇ ਹਾਂ। ਇਹ ਸਿਰਫ ਹਾਰ ਮੰਨਣ ਤੋਂ ਵੱਖਰਾ ਹੈ। ਇਹ ਇੱਕ ਡੂੰਘੀ ਭਾਵਨਾ ਹੋਣ ਤੋਂ ਪੈਦਾ ਹੋਣਾ ਚਾਹੀਦਾ ਹੈ। ਆਓ ਅਸੀਂ ਮੱਤੀ ਅਧਿਆਇ 19 ਵਿੱਚ ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ ਜਾਰੀ ਰੱਖੀਏ। ਆਓ ਅਸੀਂ ਮੱਤੀ ਅਧਿਆਇ 19 ਵਚਨ 26 ਉੱਤੇ ਇੱਕ ਨਜ਼ਰ ਪਾਈਏ। ਵਚਨ 26। ਤਦ ਯੀਸ਼ੂ ਨੇ ਉਹਨਾਂ ਵੱਲ ਵੇਖ ਕੇ ਉਹਨਾਂ ਨੂੰ ਕਿਹਾ, ਇਹ ਮਨੁੱਖ ਦੀ ਸ਼ਕਤੀ ਨਾਲ ਕਿਵੇਂ ਹੋਵੇਗਾ? ਅਣਹੋਣਾ ਹੈ, ਪਰ ਪਰਮੇਸ਼ਵਰ ਤੋਂ ਇਹ ਕਿਵੇਂ ਹੋਵੇਗਾ? ਸਭ ਕੁਝ ਹੋ ਸਕਦਾ ਹੈ। ਇਹ ਯੀਸ਼ੂ ਨੇ ਸਾਨੂੰ ਸਿਖਾਇਆ ਹੈ। ਜਦੋਂ ਸਾਡੇ ਕੋਲ ਇਸ ਤਰ੍ਹਾਂ ਦਾ ਵਿਸ਼ਵਾਸ ਹੁੰਦਾ ਹੈ, ਸਿਰਫ ਉਦੋਂ ਪਰਮੇਸ਼ਰ ਦਾ ਪਵਿੱਤਰ ਆਤਮਾ ਸਾਰੇ ਲੋਕਾਂ ਵਿੱਚ ਵਾਸ ਕਰ ਸਕਦਾ ਹੈ। ਆਓ ਉਤਪਤੀ ਕਿਤਾਬ ਅਧਿਆਇ 18 ਦੁਆਰਾ ਇਸ ਸਿੱਖਿਆ ਦੀ ਪੁਸ਼ਟੀ ਕਰੀਏ। ਕੁਝ ਲੋਕ ਸੋਚ ਸਕਦੇ ਹਨ ਕਿ ਅਸੀਂ ਸੱਚਮੁੱਚ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰ ਸਕਦੇ ਹਾਂ। ਸਾਨੂੰ ਕਿਸੇ ਚੀਜ਼ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਨੂੰ ਸਿਰਫ ਉਹੀ ਕਰਨ ਦੀ ਲੋੜ ਹੈ ਜੋ ਪਰਮੇਸ਼ਰ ਸਾਨੂੰ ਕਰਨ ਲਈ ਕਹਿੰਦੇ ਹਨ। ਜਦੋਂ ਇਸਰਾਇਲੀ ਯਰੀਹੋ ਦੇ ਚਾਰੇ ਪਾਸੇ 7 ਵਾਰ ਘੁੰਮੇ ਪਰ ਯਰੀਹੋ ਨਹੀਂ ਡਿੱਗਿਆ, ਤਦ ਉਹਨਾਂ ਦੇ ਮਨ ਵਿੱਚ ਕਿਹੜੇ ਵਿਚਾਰ ਆਏ ਹੋਣਗੇ? ਉਹਨਾਂ ਨੇ ਜ਼ਰੂਰ ਸੋਚਿਆ ਹੋਵੇਗਾ ਕਿ ਯਰੀਹੋ ਸੱਚਮੁੱਚ ਡਿੱਗ ਜਾਵੇਗਾ, ਪਰ ਪਰਮੇਸ਼ਰ ਨੇ ਕਿਹਾ ਸਾਰੇ ਲੋਕ ਇਕੱਠੇ ਚੀਕੋ। ਉਹਨਾਂ ਨੇ ਸਿਰਫ ਇੰਨਾ ਕਰਨਾ ਸੀ ਕਿ ਉਹ ਪਰਮੇਸ਼ਰ ਉੱਤੇ ਵਿਸ਼ਵਾਸ ਕਰਨ ਤੇ ਜਿਵੇਂ ਉਹਨਾਂ ਨੂੰ ਕਿਹਾ ਹੈ ਉਸੇ ਤਰ੍ਹਾਂ ਹੀ ਕਰਨ। ਜਦੋਂ ਉਹ ਚੀਕੇ ਤਦ ਕੁਝ ਕਲਪਨਾ ਦੇ ਬਿਨਾਂ ਹੋਇਆ। ਭੌਤਿਕ ਦੁਨੀਆ ਵਿੱਚ ਅਸੀਂ ਸਿਰਫ ਇਸ ਦਾ ਅਨੁਭਵ ਕੀਤਾ ਹੈ ਕਿ ਕੋਈ ਚੀਜ਼ ਉਦੋਂ ਡਿੱਗਦੀ ਹੈ ਜਦੋਂ ਇੱਕ ਨਿਸ਼ਚਿਤ ਬਲ ਲਗਾਇਆ ਜਾਂਦਾ ਹੈ। ਅਸੀਂ ਪਰਮੇਸ਼ਰ ਦੀ ਰਹੱਸਮਈ ਸ਼ਕਤੀ ਨਾਲ ਅਕਸਰ ਕੁਝ ਡਿੱਗਣ ਦਾ ਅਨੁਭਵ ਨਹੀਂ ਕਰਦੇ। ਇਸ ਦੇ ਕਾਰਨ ਬਹੁਤ ਸਾਰੇ ਲੋਕ ਭੌਤਿਕ ਦੁਨੀਆ ਵਿੱਚ ਆਪਣੇ ਗਿਆਨ,
ਅਤੇ ਤਜਰਬਿਆਂ ਦੇ ਆਦੀ ਹੁੰਦੇ ਹਨ ਅਤੇ ਉਹਨਾਂ ਅਨੁਭਵਾਂ ਅਤੇ ਵਾਤਾਵਰਣ ਦੇ ਆਧਾਰ ਤੇ ਫੈਸਲੇ ਲੈਂਦੇ ਹਨ। ਇਸ ਲਈ ਵਿਸ਼ਵਾਸ ਦੀ ਦੁਨੀਆ ਵਿੱਚ ਉਹਨਾਂ ਦਾ ਵਿਸ਼ਵਾਸ ਜਲਦੀ ਨਹੀਂ ਵੱਧ ਸਕਦਾ। ਸਾਨੂੰ ਪਰਮੇਸ਼ਵਰ ਬਾਰੇ ਸੋਚਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਾਰੇ ਤਾਰਿਆਂ ਦਾ ਗੁਰਤਾਕਰਸ਼ਣ ਧਰਤੀ ਵਾਂਗ ਨਹੀਂ ਹੁੰਦਾ। ਚੰਦਰਮਾ ਵਰਗੇ ਤਾਰੇ ਹਨ ਜਿਨ੍ਹਾਂ ਦੀ ਗੁਰਤਾਕਰਸ਼ਣ ਵੱਖ-ਵੱਖ ਹੈ। ਅਸੀਂ ਧਰਤੀ ਦੇ ਵਾਤਾਵਰਣ ਦੇ ਬਹੁਤ ਆਦੀ ਹਾਂ। ਜਦੋਂ ਅਸੀਂ ਚੰਦਰਮਾ ਉੱਤੇ ਜਾਂਦੇ ਹਾਂ ਤਦ ਅਸੀਂ ਬਹੁਤ ਉੱਚੀ ਛਾਲ ਮਾਰ ਸਕਦੇ ਹਾਂ। ਉਦਾਹਰਨ ਲਈ, ਜੇਕਰ ਤੁਸੀਂ ਧਰਤੀ ਉੱਤੇ 1 ਮੀਟਰ ਉੱਚੀ ਛਾਲ ਮਾਰ ਸਕਦੇ ਹੋ ਤਦ ਤੁਸੀਂ ਚੰਦਰਮਾ ਤੇ 6 ਮੀਟਰ ਉੱਚੀ ਛਾਲ ਮਾਰ ਸਕਦੇ ਹੋ। ਜੇਕਰ ਕੋਈ ਧਰਤੀ ਤੇ 6 ਮੀਟਰ ਉੱਚੀ ਛਾਲ ਮਾਰਦਾ ਹੈ ਤਦ ਅਸੀਂ ਉਸ ਨੂੰ ਇਨਸਾਨ ਨਹੀਂ ਸਮਝ ਸਕਦੇ। ਉਹ ਪੱਕਾ ਇੱਕ ਏਲੀਅਨ ਹੈ। ਪਰ ਚੰਦਰਮਾ ਉੱਤੇ 6 ਮੀਟਰ ਤੋਂ ਜ਼ਿਆਦਾ ਉੱਚੀ ਛਾਲ ਆਸਾਨ ਹੈ। ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੇ ਵਾਤਾਵਰਣ ਵਿੱਚ ਰਹਿੰਦੇ ਹਾਂ। ਹੁਣ ਅਸੀਂ ਜਿਸ ਵਾਤਾਵਰਣ ਵਿੱਚ ਰਹਿ ਰਹੇ ਹਾਂ ਉਹ ਤੀਸਰਾ ਆਯਾਮ ਹੈ ਅਤੇ ਪਰਮੇਸ਼ਰ ਨੇ ਉਹਨਾਂ ਆਤਮਾਵਾਂ ਨੂੰ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਹੈ ਅਦਿੱਖ ਜੰਜੀਰਾਂ ਨਾਲ ਕੈਦ ਕੀਤਾ ਹੈ। ਜਦੋਂ ਉਹ ਜੰਜੀਰਾਂ ਹਟਾ ਦਿੱਤੀਆਂ ਜਾਣਗੀਆਂ ਤਦ ਉਹ ਪਲ ਜਦੋਂ ਸਾਨੂੰ ਪਰਮੇਸ਼ਰ ਦੀ ਮਹਾਨਤਾ ਅਤੇ ਸਰਵਸ਼ਕਤੀਮਾਨ ਸ਼ਕਤੀ ਦਾ ਅਹਿਸਾਸ ਹੋਵੇਗਾ ਨਿਸ਼ਚਿਤ ਰੂਪ ਨਾਲ ਆ ਜਾਏਗਾ। ਅੱਜ ਕੱਲ੍ਹ ਤੁਸੀਂ ਕਿਸੇ ਦੂਸਰੇ ਦੇਸ਼ ਵਿੱਚ ਸਿਰਫ ਹਵਾਈ ਜਹਾਜ਼ ਰਾਹੀਂ ਜਾ ਸਕਦੇ ਹੋ, ਪਰ ਜਿਸ ਦਿਨ ਪਰਮੇਸ਼ਰ ਸਾਡੇ ਸਰੀਰ ਦੇ ਤੰਬੂ ਨੂੰ ਹਟਾ ਦੇਣਗੇ ਅਤੇ ਸਾਨੂੰ ਸਵਰਗ ਵਿੱਚ ਆਤਮਿਕ ਦੇਹ ਪਹਿਨਾਉਣਗੇ, ਉਸ ਦਿਨ 6 ਮੀਟਰ ਉੱਚੀ ਛਾਲ ਮਾਰਨਾ ਕੁਝ ਵੀ ਨਹੀਂ ਹੋਵੇਗਾ। ਅਸੀਂ ਸਵਰਗ ਦੇ ਰਾਜ ਵਿੱਚ ਚਾਰੋਂ ਪਾਸੇ ਉੱਡਣ ਦੇ ਯੋਗ ਹੋਵਾਂਗੇ ਕਿਉਂਕਿ ਪਰਮੇਸ਼ਰ ਸਾਨੂੰ ਇਹ ਸ਼ਾਨਦਾਰ ਦੁਨੀਆ ਦੇਣਗੇ। ਇਸ ਲਈ ਆਓ ਅਸੀਂ ਸਵਰਗ ਤੇ ਵਿਸ਼ਵਾਸ ਕਰੀਏ ਤੇ ਸੋਚੀਏ ਪਰਮੇਸ਼ਰ ਸਭ ਕੁਝ ਕਰ ਸਕਦੇ ਹਨ। ਫਿਰ ਉਹਨਾਂ ਨੇ ਸਾਨੂੰ ਇਹਨਾਂ ਚੀਜ਼ਾਂ ਨੂੰ ਕਰਨ ਦਾ ਮੌਕਾ ਕਿਉਂ ਦਿੱਤਾ? ਆਸ਼ੀਸ਼ਾਂ ਨੂੰ ਪ੍ਰਾਪਤ ਕਰਨ, ਸੰਦੀਪਕ ਜੀਵਨ ਪ੍ਰਾਪਤ ਕਰਨ, ਪਾਪਾਂ ਦੀ ਮਾਫੀ ਪ੍ਰਾਪਤ ਕਰਨ ਅਤੇ ਮੁਕਤੀ ਪ੍ਰਾਪਤ ਕਰਨ ਦਾ ਮੌਕਾ। ਪਰਮੇਸ਼ਰ ਇਹਨਾਂ ਮੌਕਿਆਂ ਨੂੰ ਧਰਤੀ ਉੱਤੇ ਸਾਰੀ ਮਨੁੱਖ ਜਾਤੀ ਨੂੰ ਦੇਣਾ ਚਾਹੁੰਦੇ ਹਨ। ਇਸ ਲਈ ਉਹਨਾਂ ਨੇ ਸਾਨੂੰ ਇਹ ਕੰਮ ਸੌਂਪਿਆ ਹੈ, ਭਾਵੇਂ ਉਹ ਇਸ ਨੂੰ ਕਿਸੇ ਵੀ ਸਮੇਂ ਕਰ ਸਕਦੇ ਹਨ। ਸਾਨੂੰ ਇਸ ਮਹੱਤਵਪੂਰਨ ਅਹਿਸਾਸ ਤੱਕ ਪਹੁੰਚਣਾ ਚਾਹੀਦਾ ਹੈ। ਆਓ ਅਸੀਂ ਉਤਪਤ ਅਧਿਆਇ 18 ਵਿੱਚ ਇੱਕ ਵਾਰ ਫਿਰ ਇਸ ਦੀ ਪੁਸ਼ਟੀ ਕਰੀਏ। ਉਤਪਤ ਅਧਿਆਇ 18 ਵਚਨ 10। ਤਾਂ ਉਸਨੇ ਆਖਿਆ, ਮੈਂ ਜ਼ਰੂਰ ਬਹਾਰ ਦੀ ਰੁੱਤ ਤੇਰੇ ਕੋਲ ਮੁੜ ਆਵਾਂਗਾ ਅਤੇ ਵੇਖ ਸਾਰਾ ਤੇਰੀ ਪਤਨੀ ਪੁੱਤਰ ਜਣੇਗੀ। ਅਤੇ ਸਾਰਾ ਤੰਬੂ ਦੇ ਬੂਹੇ ਵਿੱਚ ਜਿਹੜਾ ਉਹਦੇ ਪਿੱਛੇ ਸੀ ਸੁਣ ਰਹੀ ਸੀ। ਅਬਰਾਹਮ ਅਰ ਸਾਰਾ ਬੁੱਢੇ ਅਰ ਵੱਡੀ ਉਮਰ ਦੇ ਸਨ ਅਤੇ ਸਾਰਾ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ। ਤਾਂ ਸਾਰਾ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਪੁਰਾਣੀ ਪੈ ਗਈ ਹਾਂ ਤਾਂ ਮੈਨੂੰ ਮਜ਼ਾ ਆਵੇਗਾ, ਨਾਲੇ ਮੇਰਾ ਸਵਾਮੀ ਵੀ ਬੁੱਢਾ ਹੈ। ਤਾਂ ਯਹੋਵਾ ਨੇ ਅਬਰਾਹਮ ਨੂੰ ਆਖਿਆ ਕਿ ਸਾਰਾ ਕਿਉਂ ਇਹ ਆਖ ਕੇ ਹੱਸੀ ਪਾਈ ਜਦ ਮੈਂ ਬੁੱਢੀ ਹੋ ਗਈ ਕਿ ਮੈਂ ਸੱਚੀ ਮੁੱਚੀ ਪੁੱਤਰ ਜਣਾਂਗੀ? ਉਹਨਾਂ ਨੇ ਉਸ ਨੂੰ ਕੀ ਜਵਾਬ ਦਿੱਤਾ? ਭਲਾ ਕੋਈ ਗੱਲ ਯਹੋਵਾ ਲਈ ਔਖੀ ਹੈ? ਇੱਥੇ ਵਚਨ ਵਿੱਚ ਇਹ ਸਿੱਖਿਆ ਕੌਣ ਦੇ ਰਿਹਾ ਹੈ? ਪਰਮੇਸ਼ਰ ਆਪ ਸਾਨੂੰ ਇਹ ਸਿੱਖਿਆ ਦੇ ਰਹੇ ਹਨ। ਮੱਤੀ ਅਧਿਆਇ 19 ਵਿੱਚ ਇਹ ਲਿਖਿਆ ਹੈ, ਮਨੁੱਖਾਂ ਕੋਲੋਂ ਇਹ ਅਨਹੋਣਾ ਹੈ ਪਰ ਪਰਮੇਸ਼ਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਰ ਕੋਲੋਂ ਸਭ ਕੁਝ ਹੋ ਸਕਦਾ ਹੈ। ਯਿਸੂ ਨੇ ਖੁਦ ਇਹ ਸਿੱਖਿਆ ਦਿੱਤੀ ਸੀ। ਪਰਮੇਸ਼ਰ ਸਭ ਕੁਝ ਕਰ ਸਕਦੇ ਹਨ। ਸਾਨੂੰ ਉਸ ਦੁਨੀਆ ਨੂੰ ਜਿਸ ਨੂੰ ਪਰਮੇਸ਼ਰ ਚਲਾਉਂਦੇ ਹਨ ਅਤੇ ਕਾਬੂ ਕਰਦੇ ਹਨ, ਉਸ ਦੁਨੀਆ ਵਾਂਗ ਨਹੀਂ ਸਮਝਣਾ ਚਾਹੀਦਾ ਜਿਸ ਵਿੱਚ ਅਸੀਂ ਵਰਤਮਾਨ ਵਿੱਚ ਰਹਿੰਦੇ ਹਾਂ। ਪਰਮੇਸ਼ਰ ਦੇ ਨਜ਼ਰੀਏ ਤੋਂ ਇਸ ਦੁਨੀਆ ਵਿੱਚ ਸਾਰੀਆਂ ਚੀਜ਼ਾਂ ਅਸਲ ਵਿੱਚ ਬੇਮਤਲਬ ਹਨ। ਇੱਕ ਮਨੁੱਖ ਦੇ ਨਜ਼ਰੀਏ ਤੋਂ ਅਸੀਂ ਸੋਚ ਸਕਦੇ ਹਾਂ ਕਿ ਅਸੀਂ ਸੱਚਮੁੱਚ ਅਜਿਹਾ ਕਰ ਸਕਦੇ ਹਾਂ। ਸਾਰੇ ਲੋਕੋ, ਸਾਨੂੰ ਪਰਮੇਸ਼ਰ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ਰ ਸਭ ਕੁਝ ਕਰ ਸਕਦੇ ਹਨ। ਪਰਮੇਸ਼ਰ ਨਾਲ ਸਭ ਕੁਝ ਸੰਭਵ ਹੈ। ਅਯੂਬ ਅਧਿਆਇ 42 ਵਿੱਚ, ਮੱਤੀ ਅਧਿਆਇ 19 ਅਤੇ ਉਤਪਤ ਅਧਿਆਇ 18 ਵਿੱਚ ਵੀ ਪਰਮੇਸ਼ਰ ਨੇ ਸਾਨੂੰ ਇਸ ਤੱਤ ਪ੍ਰਤੀ ਜਾਗਰੂਕ ਕੀਤਾ। ਆਓ ਅਸੀਂ ਯਿਰਮੀਆ ਦੀ ਕਿਤਾਬ ਅਧਿਆਇ 32 ਵੀ ਖੋਲੀਏ। ਆਓ ਅਸੀਂ ਯਿਰਮੀਆ ਅਧਿਆਇ 32 ਵਚਨ 17 ਦੇਖੀਏ। ਹੇ ਪ੍ਰਭੂ ਯਹੋਵਾ, ਵੇਖ, ਤੈਂ ਆਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਿਨ ਨਹੀਂ ਹੈ। ਪਰਮੇਸ਼ਵਰ ਨੇ ਆਕਾਸ਼ ਅਤੇ ਧਰਤੀ ਨੂੰ ਬਣਾਇਆ। ਪਰਮੇਸ਼ਵਰ ਨੇ ਧਰਤੀ ਨੂੰ ਬਿਨਾਂ ਕਿਸੇ ਸ਼ਕਤੀ ਸਰੋਤ ਦੇ 4.5 ਬਿਲੀਅਨ ਸਾਲਾਂ ਤੱਕ
ਆਪਣੇ ਆਪ ਆਪਣੀ ਧੂਰੀ ਤੇ ਘੁੰਮਣ ਅਤੇ ਚੱਕਰ ਲਗਾਉਣ ਦਿੱਤਾ। ਤੁਹਾਡੇ ਵਿੱਚੋਂ ਕਈ ਲੋਕ ਜਲਦੀ ਹੀ ਇੱਕ ਪੋਰਟੇਬਲ ਪੱਖਾ ਲੈ ਕੇ ਆਉਣਗੇ। ਇਸ ਦੀ ਬੈਟਰੀ ਕਿੰਨੀ ਦੇਰ ਤੱਕ ਚੱਲੇਗੀ? ਸ਼ਾਇਦ 1 ਜਾਂ 2 ਦਿਨ ਤੱਕ। ਭਾਵੇਂ ਪਰਮੇਸ਼ਰ ਧਰਤੀ ਨੂੰ 4.5 ਅਰਬ ਸਾਲਾਂ ਤੋਂ ਘੁਮਾ ਰਹੇ ਹਨ, ਪਰ ਇਹ ਬਿਨਾਂ ਕਿਸੇ ਸਮੱਸਿਆ ਦੇ ਚੱਲ ਰਹੀ ਹੈ। ਕੀ ਇਹ ਹੈਰਾਨ ਕਰਨ ਵਾਲਾ ਨਹੀਂ? ਪਰਮੇਸ਼ਵਰ ਨਿਸ਼ਚਿਤ ਤੌਰ ਤੇ ਸਾਡੇ ਚਾਰੇ ਪਾਸੇ ਸਭ ਪ੍ਰਕਾਰ ਦੀਆਂ ਅਵਿਸ਼ਵਾਸਯੋਗ ਸਥਿਤੀਆਂ ਦਾ ਨਿਰਮਾਣ ਕਰ ਸਕਦੇ ਹਨ। ਪਰ ਕਦੀ-ਕਦੀ ਅਸੀਂ ਆਪਣੇ ਆਪ ਤੋਂ ਸੋਚਦੇ ਹਾਂ, ਸਾਮਰੀਆ ਅਤੇ ਧਰਤੀ ਦੇ ਬੰਨੇ ਤੇ ਇੱਕ ਖੁਸ਼ਖਬਰੀ ਦਾ ਪ੍ਰਚਾਰ ਕਦੋਂ ਹੋਵੇਗਾ? ਅਸੀਂ ਜੋ ਕੁਝ ਵੀ ਵਿਅਕਤੀਗਤ ਤੌਰ ਤੇ ਸਿੱਖਿਆ ਅਤੇ ਅਨੁਭਵ ਕੀਤਾ ਹੈ, ਉਸ ਦੇ ਆਧਾਰ ਉੱਤੇ ਹੀ ਅਸੀਂ ਹਰ ਚੀਜ਼ ਦਾ ਨਿਆਂ ਕਰਦੇ ਹਾਂ। ਜੇਕਰ ਅਸੀਂ ਕਿਸੇ ਨੂੰ ਕਹਿੰਦੇ ਹਾਂ ਤੁਸੀਂ 6 ਮੀਟਰ ਉੱਚੀ ਛਾਲ ਮਾਰ ਸਕਦੇ ਹੋ, ਤਦ ਉਹ ਵਿਅਕਤੀ ਸਾਡੇ ਉੱਤੇ ਵਿਸ਼ਵਾਸ ਨਹੀਂ ਕਰੇਗਾ। ਪਰ ਜੇਕਰ ਅਸੀਂ ਉਸ ਵਿਅਕਤੀ ਨੂੰ ਚੰਦਰਮਾ ਉੱਤੇ ਲੈ ਜਾਈਏ ਅਤੇ ਉਸ ਨੂੰ ਛਾਲ ਲਗਾਉਣ ਦਈਏ, ਤਦ ਉਹ ਆਸਾਨੀ ਨਾਲ 6 ਮੀਟਰ ਉੱਚੀ ਛਾਲ ਮਾਰ ਸਕਦਾ ਹੈ। ਜਦੋਂ ਅਸੀਂ ਇਸ ਭੌਤਿਕ ਦੁਨੀਆ ਵਿੱਚ ਹੋਣ ਵਾਲੀਆਂ ਘਟਨਾਵਾਂ ਨੂੰ ਦੇਖਦੇ ਹਾਂ, ਤਦ ਇਹਨਾਂ ਨੂੰ ਸਾਨੂੰ ਸੋਚਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਜਦੋਂ ਚੀਜ਼ਾਂ ਸੰਭਵ ਸੀ ਤਦ ਅਸੀਂ ਕਿੱਥੇ ਸੀ, ਅਤੇ ਜਦੋਂ ਚੀਜ਼ਾਂ ਅਸੰਭਵ ਸੀ ਤਦ ਅਸੀਂ ਕਿੱਥੇ ਸੀ। ਪਰਮੇਸ਼ਵਰ ਦੀ ਦੁਨੀਆ ਦਾ ਅਨੁਭਵ ਕਰਨ ਲਈ ਸਾਨੂੰ ਵਿਸ਼ਵਾਸ ਦੀ ਦੁਨੀਆ ਦੀ ਲੋੜ ਹੈ। ਜਦੋਂ ਅਸੀਂ ਵਿਸ਼ਵਾਸ ਦੀ ਦੁਨੀਆ ਵਿੱਚ ਸਭ ਕੁਝ ਦੇਖਦੇ ਹਾਂ, ਤਦ ਪਰਮੇਸ਼ਰ ਦੇ ਬਚਨ ਵਿੱਚ ਕੋਈ ਝੂਠ ਨਹੀਂ ਹੈ। ਉਹਨਾਂ ਦੀਆਂ ਗੱਲਾਂ ਵਿਸ਼ਵਾਸਯੋਗ ਹਨ। ਨਿਸ਼ਚਿਤ ਤੌਰ ਤੇ ਜਿਵੇਂ ਪਰਮੇਸ਼ਰ ਨੇ ਕਿਹਾ, ਉਸੇ ਤਰ੍ਹਾਂ ਕੀਤਾ ਜਾ ਸਕਦਾ ਹੈ। ਅਯੂਬ ਅਧਿਆਇ 42, ਮੱਤੀ ਅਧਿਆਇ 19, ਉਤਪਤ ਅਧਿਆਇ 18 ਅਤੇ ਯਿਰਮੀਆ ਅਧਿਆਇ 32 ਵਿੱਚ ਨਬੀਆਂ ਨੇ ਲਗਾਤਾਰ ਗਵਾਹੀ ਦਿੱਤੀ ਕਿ ਯਹੋਵਾ ਲਈ ਕੋਈ ਕੰਮ ਔਖਾ ਨਹੀਂ ਹੈ। ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਹੈ। ਜੋ ਲੋਕ ਬਾਈਬਲ ਉੱਤੇ ਵਿਸ਼ਵਾਸ ਨਹੀਂ ਕਰਦੇ, ਜਿਵੇਂ ਨਾਸਤਿਕ ਅਤੇ ਉਹ ਜੋ ਬਾਈਬਲ ਦਾ ਵਿਰੋਧ ਕਰਦੇ ਹਨ, ਇਹ ਨਹੀਂ ਮੰਨਦੇ ਕਿ ਪਰਮੇਸ਼ਵਰ ਨੇ ਲਾਲ ਸਮੁੰਦਰ ਨੂੰ ਇੱਕ ਲਾਠੀ ਨਾਲ ਵੰਡਿਆ। ਉਹ ਇਸ ਉੱਤੇ ਵਿਸ਼ਵਾਸ ਨਹੀਂ ਕਰ ਸਕਦੇ। ਅਜਿਹਾ ਇਸ ਲਈ ਕਿਉਂਕਿ ਉਹਨਾਂ ਨੇ ਸਿਰਫ ਸਰੀਰਕ ਦੁਨੀਆ ਦੇਖੀ ਹੈ। ਅਸੀਂ ਜਿਸ ਤੀਸਰੀ ਅਯਾਮੀ ਦੁਨੀਆ ਵਿੱਚ ਰਹਿੰਦੇ ਹਾਂ, ਉਸ ਵਿੱਚ ਸਮੁੰਦਰ ਨੂੰ ਕਦੇ ਵੀ ਇੱਕ ਲਾਠੀ ਨਾਲ ਵੰਡਿਆ ਨਹੀਂ ਜਾ ਸਕਦਾ ਹੈ। ਪਰ ਪਰਮੇਸ਼ਰ ਦੇ ਵਿਸ਼ਵਾਸ ਦੀ ਦੁਨੀਆ ਵਿੱਚ ਇਹ ਸਭ ਸੰਭਵ ਹੈ। ਸਭ ਕੁਝ ਸੰਭਵ ਹੈ। ਇਸ ਲਈ ਪਰਮੇਸ਼ਰ ਨੇ ਕੀ ਕਿਹਾ? ਪਰਮੇਸ਼ਰ ਨੇ ਕਿਹਾ, ਵਿਸ਼ਵਾਸ ਰੱਖੋ। ਜਦੋਂ ਸਾਡੇ ਕੋਲ ਵਿਸ਼ਵਾਸ ਹੋਵੇਗਾ, ਤਦ ਕਿਸ ਤਰ੍ਹਾਂ ਦੀ ਦੁਨੀਆ ਬਣੇਗੀ? ਭਾਵੇਂ ਅਸੀਂ ਇਸ ਨੂੰ ਆਪਣੀਆਂ ਨੰਗੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ, ਪਰ ਵਿਸ਼ਵਾਸ ਦੀ ਦੁਨੀਆ ਬਣੇਗੀ। ਵਿਸ਼ਵਾਸ ਦੀ ਦੁਨੀਆ ਵਿੱਚ ਅਸੀਂ ਯਰੀਹੋ ਨੂੰ ਸੁੱਟ ਸਕਦੇ ਹਾਂ ਅਤੇ ਲਾਲ ਸਮੁੰਦਰ ਵਿਚਕਾਰ ਸੁੱਕੀ ਜ਼ਮੀਨ ਤੇ ਰਸਤਾ ਬਣਾ ਸਕਦੇ ਹਾਂ। ਯੀਸ਼ੂ ਨੇ ਕਿਹਾ, ਆਪਣੀ ਘੱਟ ਨਿਸ਼ਚਾ ਦੇ ਕਾਰਨ ਕਿ ਜੋ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਸਮਾਨ ਨਿਸ਼ਚਾ ਹੋ, ਤਾਂ ਤੁਸੀਂ ਇਸ ਪਹਾੜ ਨੂੰ ਕਹੋਗੇ ਜੋ ਇਧਰੋਂ ਹਟ ਕੇ ਉਸ ਥਾਂ ਚਲਿਆ ਜਾ, ਅਤੇ ਤਦ ਕੀ ਹੋਵੇਗਾ? ਉਹ ਚਲਿਆ ਜਾਵੇਗਾ। ਕੀ ਯੀਸ਼ੂ ਨੇ ਸਾਨੂੰ ਝੂਠੀ ਸਿੱਖਿਆ ਦਿੱਤੀ? ਨਹੀਂ, ਉਹਨਾਂ ਨੇ ਨਹੀਂ ਦਿੱਤੀ। ਹੁਣ ਅਸੀਂ ਇੱਕ ਅਜਿਹੀ ਦੁਨੀਆ ਵਿੱਚ ਬੰਨੇ ਹਾਂ ਜੋ ਭੌਤਿਕ ਸਮੇਂ ਅਤੇ ਸਥਾਨ ਨਾਲ ਸੀਮਤ ਹੈ। ਇੱਕ ਵਾਰ ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਦਿੰਦੇ ਹਾਂ, ਤਦ ਅਸੀਂ ਉਸ ਵਿਸ਼ਾਲ ਅਤੇ ਸਦੀਪਕ ਬ੍ਰਹਿਮੰਡ ਸਵਰਗੀ ਦੁਨੀਆ ਨੂੰ ਮਹਿਸੂਸ ਕਰਾਂਗੇ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਖੋਲ੍ਹਿਆ ਹੈ। ਅਸੀਂ ਇਸ ਨਵੀਂ ਦੁਨੀਆ ਨੂੰ ਉਹਨਾਂ 5 ਗਿਆਨ ਇੰਦਰੀਆਂ ਦੁਆਰਾ ਨਹੀਂ ਦੇਖ ਸਕਾਂਗੇ ਜਿਨ੍ਹਾਂ ਦੀ ਅਸੀਂ ਇਸ ਦੁਨੀਆ ਵਿੱਚ ਵਰਤੋਂ ਕਰਦੇ ਹਾਂ। ਇਸ ਦੀ ਵਡਿਆਈ ਅਤੇ ਸ਼ਾਨ ਇੰਨੀ ਮਹਾਨ ਹੈ ਕਿ ਅਸੀਂ ਇਸ ਨੂੰ ਸਿਰਫ ਆਪਣੀ ਸਵਰਗੀ ਇੰਦਰੀਆਂ ਨਾਲ ਦੇਖ ਸਕਦੇ ਹਾਂ। ਤੁਸੀਂ ਅਤੇ ਮੈਂ ਨਿਸ਼ਚਿਤ ਤੌਰ ਤੇ ਇਸ ਸ਼ਾਨਦਾਰ ਪਲ ਦਾ ਸਾਹਮਣਾ ਕਰਾਂਗੇ ਜਦੋਂ ਅਸੀਂ ਇਸ ਸ਼ਾਨਦਾਰ ਨਵੀਂ ਦੁਨੀਆ ਵਿੱਚ ਹਮੇਸ਼ਾ ਲਈ ਆਪਣੀਆਂ ਸਾਰੀਆਂ ਇੰਦਰੀਆਂ ਤੋਂ ਹੈਰਾਨ ਹੋਵਾਂਗੇ। ਇਸ ਲਈ ਪਰਮੇਸ਼ਰ ਨੇ ਕਿਹਾ, ਅਤੇ ਨਿਸ਼ਚਾ ਬਾਝੋ ਉਹਦੇ ਮਨ ਨੂੰ ਪਾਉਣਾ ਅਨਹੋਣਾ ਹੈ। ਪਰਮੇਸ਼ਰ ਸਾਨੂੰ ਬਾਈਬਲ ਰਾਹੀਂ ਦਿਖਾ ਰਹੇ ਹਨ ਕਿ ਵਿਸ਼ਵਾਸ ਦੀ ਦੁਨੀਆ ਕਿਹੋ ਜਿਹੀ ਹੈ। ਭਾਵੇਂ ਅਸੀਂ ਭੌਤਿਕ ਦੁਨੀਆ ਵਿੱਚ ਰਹਿ ਰਹੇ ਹਾਂ, ਪਰ ਸਾਨੂੰ ਧਰਤੀ ਦੇ ਗੁਰਤਾਕਰਸ਼ਣ ਦੁਆਰਾ ਸੀਮਤ ਨਹੀਂ ਹੋਣਾ ਚਾਹੀਦਾ ਹੈ। ਆਓ ਅਸੀਂ ਵਿਸ਼ਵਾਸ ਦੀ ਦੁਨੀਆ ਵਿੱਚ ਰਹੀਏ ਜੋ ਇਸ ਦੁਨੀਆ ਦੇ ਗੁਰਤਾਕਰਸ਼ਣ ਨਾਲ ਸੀਮਤ ਨਹੀਂ ਹੈ। ਜਦੋਂ ਅਯੂਬ ਨੇ ਇਹ ਮਹਿਸੂਸ ਕੀਤਾ, ਤਦ ਉਸਨੇ ਕਿਹਾ, ਪਰਮੇਸ਼ਵਰ ਅਸਲ ਵਿੱਚ ਅਦਭੁਤ ਹਨ। ਉਹ ਸਭ ਤੋਂ ਉੱਤਮ ਹਨ। ਨਾਲ ਹੀ ਯੀਸ਼ੂ ਨੇ ਕਿਹਾ, ਤੁਸੀਂ ਇਸ ਨੂੰ ਆਪਣੇ ਆਪ ਨਹੀਂ ਕਰ ਸਕਦੇ।
ਕਿਉਂਕਿ ਤੁਸੀਂ ਇਸ ਭੌਤਿਕ ਦੁਨੀਆ ਦੀਆਂ ਸੀਮਾਵਾਂ ਦੁਆਰਾ ਕਾਬੂ ਕੀਤੇ ਜਾਂਦੇ ਹੋ, ਇਸ ਲਈ ਤੁਸੀਂ ਇਸ ਨੂੰ ਪ੍ਰਾਪਤ ਨਹੀਂ ਕਰ ਸਕਦੇ। ਪਰ ਪਰਮੇਸ਼ਵਰ ਨਾਲ ਸਭ ਕੁਝ ਸੰਭਵ ਹੈ। ਪਰਮੇਸ਼ਵਰ ਨੇ ਯਹੋਸ਼ੂਆ ਨੂੰ ਕਿਹਾ, 7ਵੇਂ ਦਿਨ 7 ਵਾਰੀ ਸ਼ਹਿਰ ਦੇ ਚਾਰੇ ਪਾਸੇ ਘੁੰਮੋ, ਫਿਰ ਸ਼ਹਿਰ ਡਿੱਗ ਜਾਏਗਾ। 7ਵੇਂ ਦਿਨ ਉਹਨਾਂ ਨੇ 7 ਵਾਰ ਸ਼ਹਿਰ ਦੁਆਲੇ ਚੱਕਰ ਲਗਾਇਆ, ਪਰ ਸ਼ਹਿਰ ਮਜ਼ਬੂਤ ਅਤੇ ਸਥਿਰ ਰਿਹਾ। ਕਿਸੇ ਵੀ ਸਰੀਰਕ ਸ਼ਕਤੀ ਦੁਆਰਾ ਇਸ ਉੱਤੇ ਜਿੱਤ ਪ੍ਰਾਪਤ ਕਰਨ ਦੀ ਸੰਭਾਵਨਾ ਨਹੀਂ ਸੀ। ਪਰ ਜਦੋਂ ਇਜ਼ਰਾਈਲੀ 7ਵੇਂ ਦਿਨ ਲਗਭਗ 7 ਵਾਰ ਘੁੰਮੇ, ਤਦ ਪਰਮੇਸ਼ਵਰ ਨੇ ਪਹਿਲਾਂ ਹੀ ਵਿਸ਼ਵਾਸ ਦੀ ਦੁਨੀਆ ਵਿੱਚ ਯਰੀਹੋ ਨੂੰ ਸੁੱਟ ਦਿੱਤਾ ਸੀ। ਸਿਰਫ ਜਦੋਂ ਪਰਮੇਸ਼ਵਰ ਨੇ ਕਿਹਾ ਚੀਕੋ, ਕਿ ਭੌਤਿਕ ਦੁਨੀਆ ਨਾਲ ਸੰਬੰਧਿਤ ਲੋਕਾਂ ਨੇ ਵਿਸ਼ਵਾਸ ਦੀ ਦੁਨੀਆ ਵਿੱਚ ਜੋ ਕੁਝ ਵੀ ਹੋਇਆ ਉਸ ਦਾ ਪ੍ਰਦਰਸ਼ਨ ਦੇਖਿਆ। ਇੱਥੋਂ ਤੱਕ ਕਿ ਰਾਈ ਦੇ ਦਾਣੇ ਜਿੰਨਾ ਛੋਟਾ ਵਿਸ਼ਵਾਸ ਵੀ ਵਿਸ਼ਵਾਸ ਦੀ ਦੁਨੀਆ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਹਿਲਾ ਸਕਦਾ ਹੈ। ਪਰਮੇਸ਼ਵਰ ਉਹ ਹਨ ਜੋ ਵਿਸ਼ਵਾਸ ਦੀ ਦੁਨੀਆ ਨੂੰ ਕਾਬੂ ਕਰਦੇ ਹਨ। ਜਿੱਥੇ ਅਜਿਹਾ ਕੁਝ ਵੀ ਨਹੀਂ ਹੈ ਜਿਸ ਨੂੰ ਪੂਰਾ ਕੀਤਾ ਜਾ ਸਕਦਾ, ਅਤੇ ਜਿਸ ਤਰ੍ਹਾਂ ਉਹਨਾਂ ਨੇ ਯੋਜਨਾ ਬਣਾਈ ਹੈ ਉਸੇ ਤਰ੍ਹਾਂ ਸਭ ਕੁਝ ਪੂਰਾ ਹੁੰਦਾ ਹੈ। ਇਸ ਲਈ ਸਾਨੂੰ ਦ੍ਰਿੜਤਾ ਨਾਲ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਇਹ ਖੁਸ਼ਖਬਰੀ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਪ੍ਰਚਾਰ ਕੀਤੀ ਜਾਏਗੀ। ਜਦੋਂ ਪਰਮੇਸ਼ਵਰ ਕਹਿੰਦੇ ਹਨ 7ਵੇਂ ਦਿਨ ਚਾਰੇ ਪਾਸੇ 7 ਵਾਰ ਘੁੰਮੋ, ਤਦ ਸਾਨੂੰ ਚਾਰੇ ਪਾਸੇ ਘੁੰਮਣਾ ਚਾਹੀਦਾ ਹੈ। ਸਾਨੂੰ ਆਪਣੇ ਆਪ ਨੂੰ ਇਹ ਨਹੀਂ ਕਹਿਣਾ ਚਾਹੀਦਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ 1 ਵਾਰ ਘੁੰਮਾਂ ਜਾਂ 7 ਵਾਰ। ਵਿਸ਼ਵਾਸ ਦੀ ਦੁਨੀਆ ਵਿੱਚ ਹਰ ਵਾਰ ਜਦੋਂ ਅਸੀਂ ਘੁੰਮਦੇ ਹਾਂ, ਤਦ ਯਰੀਹੋ ਦੇ ਪਤਨ ਦੀਆਂ ਸਾਰੀਆਂ ਸ਼ਰਤਾਂ ਇਕੱਠੀਆਂ ਆਉਂਦੀਆਂ ਹਨ, ਅਤੇ ਪਰਮੇਸ਼ਰ ਆਪਣੇ ਬਚਨ ਦੇ ਪੂਰਾ ਹੋਣ ਲਈ ਵਾਤਾਵਰਣ ਅਤੇ ਸਥਿਤੀਆਂ ਦਾ ਨਿਰਮਾਣ ਕਰਦੇ ਹਨ। ਭੌਤਿਕ ਦੁਨੀਆ ਵਿੱਚ ਭਾਵੇਂ ਉਹ 7 ਵਾਰ ਚਾਰੇ ਪਾਸੇ ਘੁੰਮਣ, ਪਰ ਇਹ ਉਹਨਾਂ ਦੇ ਪਹਿਲੀ ਵਾਰ ਘੁੰਮਣ ਵਾਂਗ ਲੱਗ ਸਕਦਾ ਹੈ। ਪਰ ਵਿਸ਼ਵਾਸ ਦੀ ਦੁਨੀਆ ਤੋਂ ਦੇਖਣ ਤੇ ਇਹ ਵੱਖਰਾ ਹੈ। ਜਿਵੇਂ ਹੀ ਉਹ 1 ਵਾਰ ਅਤੇ ਫਿਰ 2 ਵਾਰ ਘੁੰਮੇ, ਉਹ ਡਿੱਗਣ ਲੱਗੇ, ਅਤੇ ਜਦੋਂ ਉਹ ਚਾਰੇ ਪਾਸੇ 6 ਵਾਰ ਅਤੇ 7 ਵਾਰ ਘੁੰਮੇ, ਤਦ ਇਹ ਪੂਰੀ ਤਰ੍ਹਾਂ ਮਿੱਟੀ ਵਿੱਚ ਬਦਲ ਗਿਆ। ਪਰ ਭੌਤਿਕ ਦੁਨੀਆ ਵਿੱਚ ਸਾਡੀ ਨੰਗੀਆਂ ਅੱਖਾਂ ਲਈ ਅਜਿਹਾ ਲੱਗ ਰਿਹਾ ਸੀ ਕਿ ਪਹਿਲੇ ਚੱਕਰ ਅਤੇ 7ਵੇਂ ਚੱਕਰ ਵਿਚਕਾਰ ਕੁਝ ਵੀ ਨਹੀਂ ਬਦਲਿਆ ਹੈ। ਇਹ ਅਜਿਹਾ ਸੀ ਜਿਵੇਂ ਪਹਿਲੇ ਦਿਨ ਦੇ ਪਹਿਲੇ ਚੱਕਰ ਵਿੱਚ ਅਤੇ 7ਵੇਂ ਦਿਨ ਦੇ 7ਵੇਂ ਚੱਕਰ ਵਿੱਚ ਕੋਈ ਅੰਤਰ ਨਹੀਂ ਸੀ। ਪਰਮੇਸ਼ਵਰ ਵਿਸ਼ਵਾਸ ਦੀ ਦੁਨੀਆ ਵਿੱਚ ਰਹਿੰਦੇ ਹਨ। ਅਸੀਂ ਭੌਤਿਕ ਦੁਨੀਆ ਵਿੱਚ ਰਹਿੰਦੇ ਹਾਂ। ਸਾਨੂੰ ਸਾਰਿਆਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਧਰਤੀ ਅਤੇ ਚੰਦਰਮਾ ਦਾ ਗੁਰਤਾਕਰਸ਼ਣ ਵੱਖਰਾ ਹੈ, ਉਸੇ ਤਰ੍ਹਾਂ ਭੌਤਿਕ ਦੁਨੀਆ ਵਿੱਚ ਅਸੀਂ ਜਿਸ ਪ੍ਰਕਾਰ ਪਰਮੇਸ਼ਰ ਦੇ ਵਚਨ ਦੇ ਪੂਰੇ ਹੋਣ ਦੀ ਆਸ ਕਰਦੇ ਹਾਂ, ਉਹ ਵਿਸ਼ਵਾਸ ਦੀ ਦੁਨੀਆ ਵਿੱਚ ਵੱਖਰਾ ਹੈ। ਜਦੋਂ ਪਰਮੇਸ਼ਰ ਨੇ ਮੂਸਾ ਨੂੰ ਕਿਹਾ ਆਪਣੀ ਲਾਠੀ ਲਾਲ ਸਮੁੰਦਰ ਵੱਲ ਵਧਾ, ਤਦ ਉਸ ਦੀ ਆਗਿਆਕਾਰਤਾ, ਵਿਸ਼ਵਾਸ ਅਤੇ ਇਸ ਤੱਥ ਨੇ ਕਿ ਉਸਨੇ ਪਰਮੇਸ਼ਰ ਦੇ ਵਚਨਾਂ ਨੂੰ ਅਮਲ ਵਿੱਚ ਲਿਆਇਆ, ਵਿਸ਼ਵਾਸ ਦੀ ਦੁਨੀਆ ਵਿੱਚ ਪਰਮੇਸ਼ਰ ਦੀ ਸ਼ਕਤੀ ਨੂੰ ਸਰਗਰਮ ਕੀਤਾ। ਫਿਰ ਚੀਜ਼ਾਂ ਪ੍ਰਤੱਖ ਅਸਲੀਅਤ ਵਿੱਚ ਪ੍ਰਗਟ ਹੋਣ ਲੱਗੀਆਂ। ਭੌਤਿਕ ਦੁਨੀਆ ਵਿੱਚ ਰਹਿਣ ਵਾਲੇ ਲੋਕ ਇਸ ਨੂੰ ਚਮਤਕਾਰ ਕਹਿੰਦੇ ਹਨ। ਭਰਾਵੋ ਅਤੇ ਭੈਣੋ, ਅੱਜ ਆਓ ਅਸੀਂ ਇਸ ਤੱਥ ਤੇ ਵਿਚਾਰ ਕਰੀਏ ਕਿ ਪਰਮੇਸ਼ਰ ਵਿਸ਼ਵਾਸ ਦੀ ਦੁਨੀਆ ਵਿੱਚ ਰਹਿੰਦੇ ਹਨ, ਜਿੱਥੇ ਸਭ ਕੁਝ ਪੂਰਾ ਕੀਤਾ ਜਾ ਸਕਦਾ ਹੈ, ਅਤੇ ਇਹ ਕਿ ਵਿਸ਼ਵਾਸ ਦੀ ਦੁਨੀਆ ਵਿੱਚ ਪਰਮੇਸ਼ਰ ਪੂਰੀ ਧਰਤੀ ਅਤੇ ਬ੍ਰਹਿਮੰਡ ਉੱਤੇ ਰਾਜ ਕਰਦੇ ਹਨ ਅਤੇ ਇਸ ਨੂੰ ਚਲਾਉਂਦੇ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਆਓ ਅਸੀਂ ਪਰਮੇਸ਼ਰ ਉੱਤੇ ਆਪਣਾ ਵਿਸ਼ਵਾਸ ਕਦੀ ਨਾ ਗਵਾਈਏ। ਤਦ ਸਾਨੂੰ ਪਰਮੇਸ਼ਰ ਦੀ ਇਸ ਗਵਾਹੀ ਉੱਤੇ ਕਿਸ ਤਰ੍ਹਾਂ ਸੁਝਾਅ ਦੇਣਾ ਚਾਹੀਦਾ ਹੈ ਕਿ ਰਾਜ ਦੀ ਇਹ ਖੁਸ਼ਖਬਰੀ ਸਾਮਰੀਆ ਅਤੇ ਧਰਤੀ ਦੇ ਬੰਨੇ ਤਿੱਕਰ ਪ੍ਰਚਾਰ ਕੀਤੀ ਜਾਵੇਗੀ। ਸਾਨੂੰ ਉਸ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਮਰਕੁਸ ਦੇ ਉੱਪਰਲੇ ਕਮਰੇ ਵਰਗੀ ਛੋਟੀ ਆਰਾਧਨਾ ਦੀ ਜਗ੍ਹਾ ਵਿੱਚ ਵੀ ਪਿਤਾ ਨੇ ਜ਼ੋਰ ਦੇ ਕੇ ਕਿਹਾ, ਇਹ ਖੁਸ਼ਖਬਰੀ ਸਾਮਰੀਆ ਵਿੱਚ ਅਤੇ ਧਰਤੀ ਦੇ ਅੰਤ ਤਿੱਕਰ ਪ੍ਰਚਾਰ ਕੀਤੀ ਜਾਏਗੀ। ਉਸ ਸਮੇਂ ਮੈਂਬਰ ਇਸ ਸੰਦੇਸ਼ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕੇ, ਕਿਉਂਕਿ ਉਹਨਾਂ ਨੇ ਇਸ ਨੂੰ ਆਪਣੇ ਜਨਮ ਦੇ ਸਮੇਂ ਤੋਂ ਭੌਤਿਕ ਦੁਨੀਆ ਤੋਂ ਪ੍ਰਾਪਤ ਕੀਤੇ ਅਨੁਭਵ ਅਤੇ ਗਿਆਨ ਦੇ ਲੈਂਸ ਦੁਆਰਾ ਇਸ ਨੂੰ ਦੇਖਿਆ ਸੀ। ਅਸੀਂ ਮਰਕੁਸ ਦੇ ਉੱਪਰਲੇ ਕਮਰੇ ਵਰਗੀ ਛੋਟੀ ਜਗ੍ਹਾ ਤੋਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਿਵੇਂ ਕਰ ਸਕਦੇ ਹਾਂ?
ਪਰ ਕਿਉਂਕਿ ਪਰਮੇਸ਼ਰ ਵਿਸ਼ਵਾਸ ਦੀ ਦੁਨੀਆ ਵਿੱਚ ਰਹਿੰਦੇ ਹਨ, ਇਸ ਲਈ ਪਰਮੇਸ਼ਰ ਨੇ ਵਿਸ਼ਵਾਸ ਦੀ ਦੁਨੀਆ ਨੂੰ ਆਪਣਾ ਵਚਨ ਦਿੱਤਾ ਸੀ। ਜਦੋਂ ਪਰਮੇਸ਼ਰ ਦੇ ਇਸ ਵਚਨ ਉੱਤੇ ਵਿਸ਼ਵਾਸ ਕਰਨ ਵਾਲਿਆਂ ਦੀ ਗਿਣਤੀ 1 ਤੋਂ 2, 2 ਤੋਂ 10 ਅਤੇ ਫਿਰ 100 ਹੋ ਗਈ, ਤਦ ਉਹਨਾਂ ਦੇ ਵਚਨ ਦੀ ਵਿਸਫੋਟਕ ਸ਼ਕਤੀ ਸ਼ੁਰੂ ਹੋਈ। ਜਦੋਂ ਉੱਤਰੀ ਅਮਰੀਕਾ ਵਿੱਚ ਖੁਸ਼ਖਬਰੀ ਦਾ ਮਾਰਗ ਖੁੱਲਣ ਲੱਗਾ, ਤਦ ਦੱਖਣੀ ਅਮਰੀਕਾ ਵਿੱਚ ਚਰਚ ਸਥਾਪਿਤ ਹੋਣ ਲੱਗੇ, ਜਿੱਥੇ ਸਾਡਾ ਕੋਈ ਸੰਬੰਧ ਨਹੀਂ ਸੀ। ਖੁਸ਼ਖਬਰੀ ਸਿਰਫ ਇਸ ਲਈ ਪੂਰੀ ਨਹੀਂ ਹੁੰਦੀ ਕਿਉਂਕਿ ਕੋਈ ਉੱਥੇ ਜਾਂਦਾ ਹੈ। ਸਾਨੂੰ ਵਿਸ਼ਵਾਸ ਦੀ ਦੁਨੀਆ ਵਿੱਚ ਆਉਣਾ ਚਾਹੀਦਾ ਹੈ, ਜਿਸ ਵਿੱਚ ਪਰਮੇਸ਼ਰ ਨਿਵਾਸ ਕਰਦੇ ਹਨ। ਇਸ ਲਈ ਪਰਮੇਸ਼ਰ ਕਹਿੰਦੇ ਹਨ, ਨਿਤ ਪ੍ਰਾਰਥਨਾ ਕਰੋ। ਸਾਡੀ ਖੁਸ਼ਖਬਰੀ ਵਿਸ਼ਵਾਸ ਦੀ ਦੁਨੀਆ ਨਾਲ ਹੋਣੀ ਚਾਹੀਦੀ ਹੈ। ਜੇਕਰ ਅਸੀਂ ਇਹ ਕਹਿੰਦੇ ਹੋਏ ਆਪਣੇ ਗਿਆਨ ਉੱਤੇ ਮਾਣ ਕਰੀਏ ਕਿ ਮੈਂ ਬਾਈਬਲ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ, ਤਦ ਖੁਸ਼ਖਬਰੀ ਦਾ ਕੰਮ ਕਿਤੇ ਵੀ ਨਹੀਂ ਹੋ ਸਕਦਾ। ਭਾਵੇਂ ਅਸੀਂ ਭੌਤਿਕ ਦੁਨੀਆ ਵਿੱਚ ਸੀਮਤ ਹਾਂ, ਸਾਨੂੰ ਹਮੇਸ਼ਾ ਪਰਮੇਸ਼ਰ ਨਾਲ ਚੱਲਣਾ ਚਾਹੀਦਾ ਹੈ, ਕਿਉਂਕਿ ਉਹ ਉਹੀ ਹਨ ਜੋ ਵਿਸ਼ਵਾਸ ਦੀ ਦੁਨੀਆ ਨੂੰ ਚਲਾਉਂਦੇ ਹਨ। ਜਦੋਂ ਅਜਿਹਾ ਹੋਵੇਗਾ, ਤਦ ਵਚਨ ਸੁਣਨ ਵਾਲਿਆਂ ਦਾ ਦਿਲ ਪ੍ਰੇਰਿਤ ਹੋ ਜਾਏਗਾ ਅਤੇ ਲੂਦੀਆ ਵਾਂਗ ਉਹ ਵਚਨ ਨੂੰ ਸਵੀਕਾਰ ਕਰਨਗੇ। ਸਾਡੇ ਲਈ ਅਜਿਹਾ ਲੱਗਦਾ ਹੈ ਕਿ ਉਹ ਪਰਮੇਸ਼ਰ ਦਾ ਵਚਨ ਪ੍ਰਾਪਤ ਕਰ ਰਹੇ ਹਨ, ਪਰ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਨੇ ਵਿਸ਼ਵਾਸ ਦੀ ਦੁਨੀਆ ਨੂੰ ਪ੍ਰਾਪਤ ਕਰ ਲਿਆ ਹੈ। ਇਸ ਲਈ ਖੁਸ਼ਖਬਰੀ ਦੁਆਰਾ ਉਹਨਾਂ ਦਾ ਵਾਤਾਵਰਣ ਵੀ ਬਦਲ ਜਾਂਦਾ ਹੈ ਅਤੇ ਲੂਦੀਆ ਵਾਂਗ ਜ਼ਿਆਦਾ ਤੋਂ ਜ਼ਿਆਦਾ ਲੋਕ ਵਿਸ਼ਵਾਸ ਵਿੱਚ ਆਉਂਦੇ ਹਨ। ਸਾਰੇ ਲੋਕੋ, ਭਾਵੇਂ ਇੱਕ ਵਿਅਕਤੀ ਲੰਬੇ ਸਮੇਂ ਤੋਂ ਸੱਚਾਈ ਵਿੱਚ ਹੋਵੇ ਅਤੇ ਉਸਨੇ ਉਤਪਤ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ 100 ਵਾਰ ਬਾਈਬਲ ਵੀ ਪੜ੍ਹੀ ਹੈ, ਪਰ ਉਸ ਦੀ ਤੁਲਨਾ ਉਸ ਵਿਅਕਤੀ ਨਾਲ ਨਹੀਂ ਕੀਤੀ ਜਾ ਸਕਦੀ ਜਿਸ ਨੇ ਪਰਮੇਸ਼ਰ ਦੇ ਵਿਸ਼ਵਾਸ ਦੀ ਦੁਨੀਆ ਨੂੰ ਪ੍ਰਾਪਤ ਕੀਤਾ ਅਤੇ ਪਰਮੇਸ਼ਰ ਦੇ ਵਚਨ ਨੂੰ ਅਮਲ ਵਿੱਚ ਲਿਆਉਂਦਾ ਹੈ। ਜਦੋਂ ਸਾਨੂੰ ਪਰਮੇਸ਼ਰ ਉੱਤੇ ਪੂਰਾ ਵਿਸ਼ਵਾਸ ਹੁੰਦਾ ਹੈ, ਤਦ ਸਾਡੀ ਸਾਰੀ ਆਤਮਿਕ ਊਰਜਾ ਕੰਮ ਕਰਨ ਲੱਗਦੀ ਹੈ। ਭਰਾਵੋ ਅਤੇ ਭੈਣੋ, ਯਿਸੂ ਨੇ ਕਿਹਾ, ਜੇਕਰ ਤੁਹਾਨੂੰ ਵਿਸ਼ਵਾਸ ਹੈ ਤਦ ਤੁਸੀਂ ਇਸ ਪਹਾੜ ਨੂੰ ਚੁੱਕ ਸਕਦੇ ਹੋ ਅਤੇ ਇਸ ਨੂੰ ਸਮੁੰਦਰ ਵਿੱਚ ਸੁੱਟ ਸਕਦੇ ਹੋ। ਵਿਸ਼ਵਾਸ ਵਿੱਚ ਇੰਨੀਆਂ ਵੱਡੀਆਂ ਚਮਤਕਾਰੀ ਸ਼ਕਤੀਆਂ ਹਨ। ਕਿਰਪਾ ਕਰਕੇ ਯਿਰਮੀਆ ਦੀ ਕਿਤਾਬ ਅਤੇ ਉਤਪਤ ਵਿੱਚ ਦਿੱਤੇ ਗਏ ਵਚਨਾਂ ਨੂੰ ਯਾਦ ਰੱਖੋ। ਪਰਮੇਸ਼ਰ ਨੇ ਕਿਹਾ ਕਿ ਯਹੋਵਾ ਲਈ ਕੁਝ ਔਖਾ ਹੈ। ਜਦੋਂ ਸਾਰਾ ਨੇ ਪੁੱਛਿਆ ਕਿ ਇਹ ਸੱਚਮੁੱਚ ਹੋ ਸਕਦਾ ਹੈ, ਮੈਂ ਬੱਚਾ ਪੈਦਾ ਕਰਨ ਦੀ ਉਮਰ ਪਾਰ ਕਰ ਚੁੱਕੀ ਹਾਂ ਅਤੇ ਮੇਰਾ ਪਤੀ ਬੁੱਢਾ ਹੋ ਗਿਆ ਹੈ, ਕਿ ਹੁਣ ਮੈਨੂੰ ਸੰਤਾਨ ਨੂੰ ਜਨਮ ਦੇਣ ਦਾ ਸੁੱਖ ਮਿਲੇਗਾ? ਪਰਮੇਸ਼ਰ ਨੇ ਉਸ ਨੂੰ ਕੀ ਕਿਹਾ ਕਿ ਯਹੋਵਾ ਲਈ ਕੁਝ ਔਖਾ ਹੈ? ਪਰਮੇਸ਼ਰ ਨੇ ਕਿਹਾ, ਤੁਹਾਡਾ ਸੰਦੇਸ਼ ਤੁਹਾਡੇ ਲਈ ਸਮਝ ਵਿੱਚ ਆਉਂਦਾ ਹੈ, ਕਿਉਂਕਿ ਤੁਸੀਂ ਇਸ ਤੀਸਰੀ ਅਯਾਮੀ ਦੁਨੀਆ ਵਿੱਚ ਭੌਤਿਕ ਸੀਮਾਵਾਂ ਤੱਕ ਸੀਮਤ ਹਾਂ। ਪਰਮੇਸ਼ਰ ਲਈ ਕੁਝ ਅਸੰਭਵ ਹੈ। ਸਾਰੇ ਲੋਕੋ, ਜਦੋਂ ਪਰਮੇਸ਼ਰ ਸਾਨੂੰ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਕਹਿੰਦੇ ਹਨ, ਤਦ ਸਾਨੂੰ ਸਿਰਫ ਪ੍ਰਚਾਰ ਕਰਨ ਦੀ ਲੋੜ ਹੁੰਦੀ ਹੈ, ਉਸ ਤੋਂ ਕੁਝ ਜ਼ਿਆਦਾ ਨਹੀਂ ਅਤੇ ਕੁਝ ਵੀ ਘੱਟ ਕਰਨ ਦੀ ਨਹੀਂ। ਫਿਰ ਪਰਮੇਸ਼ਰ ਇੱਕ ਆਤਮਿਕ ਸੰਕੇਤ ਦਿੰਦੇ ਹਨ, ਤਦ ਜੋ ਸਾਡੇ ਗੁਆਚੇ ਹੋਏ ਭੈਣ ਅਤੇ ਭਰਾ ਵਿਸ਼ਵਾਸ ਦੀ ਦੁਨੀਆ ਵਿੱਚ ਆਤਮਿਕ ਨੈਟਵਰਕ ਦੁਆਰਾ ਪਰਮੇਸ਼ਰ ਕੋਲ ਮੁੜ ਸਕਣ। ਕਿ ਪਰਮੇਸ਼ਰ ਉਹਨਾਂ ਨੂੰ ਆਪਣੀ ਆਵਾਜ਼ ਸੁਣਨ ਨਹੀਂ ਦਿੰਦੇ। ਆਓ ਅਸੀਂ ਇੱਕ ਵਾਰ ਫਿਰ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਦਿਲਾਂ ਉੱਤੇ ਉਕਾਰੀ ਕਰੀਏ। ਜਦੋਂ ਪਰਮੇਸ਼ਰ ਕਹਿੰਦੇ ਹਨ, ਵੇਲੇ ਅਤੇ ਕੁਵੇਲੇ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰੋ, ਤਦ ਜੋ ਪ੍ਰਚਾਰ ਕਰਦਾ ਹੈ ਉਸ ਨੂੰ ਸਭ ਤੋਂ ਵਧੀਆ ਵਿਸ਼ਵਾਸ ਰੱਖਣ ਵਾਲੇ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਂਦਾ ਹੈ। ਇਹ ਸਾਰੀ ਮਨੁੱਖ ਜਾਤੀ ਨੂੰ ਬਚਾਉਣ ਦਾ ਸਭ ਤੋਂ ਚੰਗਾ ਅਤੇ ਇੱਕੋ ਇੱਕ ਤਰੀਕਾ ਹੈ। ਜਦੋਂ ਸਾਨੂੰ ਆਪਣੇ ਖੁਦ ਦੇ ਹੁਨਰਾਂ, ਕਾਬਲੀਅਤਾਂ ਜਾਂ ਪ੍ਰਤਿਭਾਵਾਂ ਦੀ ਬਜਾਏ ਪਰਮੇਸ਼ਰ ਉੱਤੇ ਵਿਸ਼ਵਾਸ ਹੁੰਦਾ ਹੈ, ਤਦ ਯਰੀਹੋ ਦਾ ਪਤਨ ਇੱਥੋਂ ਤੱਕ ਕਿ ਲਾਲ ਸਮੁੰਦਰ ਦਾ ਵੰਡਣਾ ਵੀ ਆਸਾਨੀ ਨਾਲ ਹੋ ਜਾਏਗਾ। ਸਿਰਫ ਉਦੋਂ ਹੀ ਅਸੀਂ ਜੰਗਲ ਵਿੱਚ, ਜਿੱਥੇ ਭੋਜਨ ਨਹੀਂ ਹੈ, ਹਰ ਦਿਨ ਸਵਰਗ ਤੋਂ ਭੋਜਨ ਦੇ ਉਤਰਨ ਦੀ ਅਦਭੁਤ ਘਟਨਾਵਾਂ ਨੂੰ ਦੇਖ ਸਕਾਂਗੇ। ਕੀ ਤੁਸੀਂ ਸਹਿਮਤ ਨਹੀਂ ਹੋ?
ਆਓ ਅਸੀਂ ਇੱਕ ਵੀ ਆਤਮਾ ਨੂੰ ਨਾ ਛੱਡੀਏ ਅਤੇ ਸਾਰੇ ਲੋਕ ਉੱਠ ਕੇ ਅਤੇ ਸਾਮਰੀਆ ਤੋਂ ਧਰਤੀ ਦੇ ਬੰਨੇ ਤੀਕਰ ਇੱਕ ਰੋਸ਼ਨੀ ਚਮਕਾਈਏ। ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਇਸ ਸਾਲ ਨੂੰ ਉਹ ਸਾਲ ਬਣਾਉਣ ਲਈ ਕਹਿਣਾ ਚਾਹਾਂਗਾ ਜਦੋਂ ਸਾਡੇ ਸਾਰੇ ਸਵਰਗੀ ਪਰਿਵਾਰ ਦੇ ਮੈਂਬਰ ਪਿਤਾ ਅਤੇ ਮਾਤਾ ਜੀ ਦੀਆਂ ਬਾਹਾਂ ਵਿੱਚ ਮੁੜਦੇ ਹਨ। ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।